Hello students, I'm Jaswinder Singh, lecturer in Mechanical Engineering from Riyadh Polytechnic College. My subject is Theory of Machine. I'm going to discuss with you topic friction. What is friction? Friction ਕੀ ਹੁੰਦੀ ਹੈ? It is a force between two surfaces that are sliding or trying to slide across each other. It is denoted by capital F. Okay, ਸਾਡੇ ਕੋਲ ਦੋ ਸਰਫੇਸ ਨੇਗੇ, ਇੱਕ ਗ੍ਰੀਨ ਕਲਰ ਦੇ ਵਿੱਚ ਹੈ, ਇੱਕ ਪਰਪਲ ਕਲਰ ਦੇ ਵਿੱਚ ਹੈ। ਜਿਹੜਾ ਗ੍ਰੀਨ ਕਲਰ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਪੁਸ਼ਿੰਗ ਫੋਰਸ ਅਪਲਾਈ ਹੋ ਰਹੀ ਹੈਗੀ, ਠੀਕ ਹੈ। ਜੋ ਉਹ ਫੋਰਸ ਅਪਲਾਈ ਕਰਦੇ ਆ ਉਹਦੇ ਨਾਲ ਕੀ ਆ, ਜਿਹੜੀ ਆ ਅਪਰ ਸਰਫੇਸ ਜਿਹੜਾ ਪਰਪਲ ਵਾਲਾ ਉਹ ਕੀ ਆ, ਮੋਸ਼ਨ ਦੇ ਵਿੱਚ ਆ ਜਾਂਦਾ। ਮੋਸ਼ਨ ਵਿੱਚ ਆਉਣ ਨਾਲ ਕੀ ਲਿਟਲ ਬਿਟ ਇਹ ਸਲਾਈਡ ਕਰਨ ਲੱਗ ਜਾਂਦਾ ਜਾਂ ਟਰਾਈ ਕਰਦਾ ਸਲਾਈਡ ਕਰਨ ਦੀ, ਠੀਕ ਹੈ ਜੀ, ਕਿੱਥੇ ਦੂਸਰੇ ਸਰਫੇਸ ਦੇ ਉੱਪਰ, ਠੀਕ ਹੈ। ਬਟ ਜਿਹੜਾ ਦੋਨੋਂ ਸਰਫੇਸ ਦੇ ਵਿਚਕਾਰ ਜੋ ਜਦੋਂ ਕੰਟੈਕਟ 'ਚ ਆਉਂਦੇ ਦੋਨੋਂ ਸਰਫੇਸ, ਠੀਕ ਹੈ ਜੀ, ਆ ਜਿਹੜੀ ਇੱਕ ਫੋਰਸ ਐਕਟ ਕਰ ਰਹੀ ਹੈਗੀ ਆ ਐਰੋ ਜਿਹੜਾ ਇਹ ਕੀ ਆ, ਕੰਟੈਕਟ ਦੋਨੋਂ ਸਰਫੇਸ ਦੇ ਵਿੱਚ ਕੰਟੈਕਟ 'ਚ ਆਉਣ ਨਾਲ ਕਿ ਅਪੋਜ਼ਿੰਗ ਫੋਰਸ ਐਕਟ ਕਰਦੀ ਹੈ, ਉਹਨੂੰ ਅਪੋਜ਼ਿੰਗ ਫੋਰਸ ਨੂੰ ਕੀ ਕਹਿ ਦਿੰਦੇ ਆਪਾਂ, ਫ੍ਰਿਕਸ਼ਨ ਕਹਿੰਦੇ ਹਾਂ, ਠੀਕ ਹੈ ਜੀ। ਫ੍ਰਿਕਸ਼ਨ ਨੂੰ ਪੰਜਾਬੀ 'ਚ ਆਪਾਂ ਕਹਿ ਦਿੰਦੇ ਹਾਂ ਰਗੜ, ਅਤੇ ਫ੍ਰਿਕਸ਼ਨ ਫੋਰਸ ਕੀ ਹੋਊਗੀ, ਰਗੜ ਬਲ, ਠੀਕ ਹੈ। ਇਹਨੂੰ ਡਿਨੋਟ ਕਰਦੇ ਹਾਂ ਆਪਾਂ ਕੈਪੀਟਲ ਐਫ ਦੇ ਨਾਲ, ਠੀਕ ਹੈ ਜੀ। ਨੈਕਸਟ ਹੈ ਸਾਡੇ ਕੋਲ ਕਾਜ਼ ਆਫ ਫ੍ਰਿਕਸ਼ਨ। ਫ੍ਰਿਕਸ਼ਨ ਦੇ ਕਾਜ਼ਜ਼ ਕੀ ਨੇ, ਕਾਰਨ ਕੀ ਹੈ, ਫ੍ਰਿਕਸ਼ਨ ਕਿਉਂ ਹੁੰਦੀ ਹੈਗੀ, ਠੀਕ ਹੈ। Friction is caused due to interlocking of irregularities between the two surfaces in contact। मतलब ਕੀ ਹੈ, ਫ੍ਰਿਕਸ਼ਨ ਦਾ ਕੀ ਹੈ, ਦੋ ਸਰਫੇਸ ਦੇ ਵਿਚਕਾਰ ਕੀ ਹੈ, ਇਰੈਗੂਲਰਿਟੀਜ਼ ਹੁੰਦੀਆਂ ਨੇ, ਠੀਕ ਹੈ। ਇਰੈਗੂਲਰਿਟੀਜ਼ ਹੋਣ ਦੇ ਨਾਲ ਕੀ ਹੈ, ਇਹ ਇੰਟਰਲੌਕ ਹੋ ਜਾਂਦਾ। ਇੰਟਰਲੌਕ ਹੋਣ ਨਾਲ ਕੀ ਆ, ਇੱਕ ਜਦੋਂ ਆਪਾਂ ਕੋਈ ਫੋਰਸ ਅਪਲਾਈ ਕਰਦੇ ਹਾਂ ਸਰਫੇਸ ਦੇ ਉੱਪਰ ਤਾਂ ਦੂਜੀ ਆ ਜਿਹੜਾ ਸਰਫੇਸ ਦਾ ਵਿਚਕਾਰ ਦੋਨੋਂ ਸਰਫੇਸ ਜਿਹੜੇ ਕੰਟੈਕਟ 'ਚ ਆਉਂਦੇ ਨੇਗੇ ਉਹਦੇ ਨਾਲ ਕੀ ਅਪੋਜ਼ਿੰਗ ਫੋਰਸ ਐਕਟ ਕਰਦੀ ਹੈ, ਠੀਕ ਹੈ ਜੀ, ਉਹਨੂੰ ਕਹਿੰਦੇ ਆਪਾਂ ਫ੍ਰਿਕਸ਼ਨ। ਸਮੂਥ ਸਰਫੇਸਿਸ ਹੈਵ ਮਿਨਟ ਇਰੈਗੂਲਰਿਟੀਜ਼ ਬਿਟਵੀਨ ਦਾ ਟੂ ਸਰਫੇਸ। ਜਿਹੜਾ ਸਮੂਥ ਸਰਫੇਸ ਹੁੰਦਾ ਹੈ ਉਹਦੇ ਵਿੱਚ ਕੀ ਹੈ, ਜਿਹੜੀ ਇਰੈਗੂਲਰਿਟੀਜ਼ ਹੁੰਦੀਆਂ ਨੇਗੀਆਂ ਉਹ ਕੀ ਹੁੰਦੀ ਆ, ਘੱਟ ਹੁੰਦੀ ਆ, ਉਹਦੇ ਨਾਲ ਕੀ ਸਰਫੇਸ ਜਿਹੜੇ ਕੀ ਆ ਫ੍ਰਿਕਸ਼ਨ ਘੱਟ ਹੋਏਗੀ, ਠੀਕ ਹੈ। ਜੇ ਰਫ ਸਰਫੇਸ ਹੈ ਜਿਹੜਾ ਉਹਦੇ ਵਿੱਚ ਕੀ ਇਰੈਗੂਲਰਿਟੀਜ਼ ਕੀ ਹੋਣਗੀਆਂ, ਜ਼ਿਆਦਾ ਹੋਣਗੀਆਂ, ਅਤੇ ਫ੍ਰਿਕਸ਼ਨ ਕੀ ਹੈ, ਜ਼ਿਆਦਾ ਹੋਏਗੀ, ਠੀਕ ਹੈ। ਸੋ ਫੋਰਸ ਆਫ ਫ੍ਰਿਕਸ਼ਨ ਇਜ਼ ਮੋਰ ਇਫ ਦਾ ਸਰਫੇਸਿਸ ਆਰ ਰਫ, ਠੀਕ ਹੈ। ਅਤੇ ਮਤਲਬ ਕੀ ਹੈ ਕਹਿੰਦਾ, ਰਫ ਸਰਫੇਸ ਦੇ ਵਿੱਚ ਕੀ ਹੈ ਫੋਰਸ ਆਫ ਫ੍ਰਿਕਸ਼ਨ ਜ਼ਿਆਦਾ ਹੋਏਗੀ, ਜਿਵੇਂ ਤੁਸੀਂ ਫਿਗਰ ਦੇ ਵਿੱਚ ਦੇਖ ਸਕਦੇ ਹੋ, ਠੀਕ ਹੈ ਜੀ। ਆਹ ਚੀਜ਼ ਹੈ ਆਪਣੇ ਕੋਲ, ਦੋ ਸਰਫੇਸ ਨੇ ਸਾਡੇ ਕੋਲ, ਇੱਕ ਇਹ ਵਾਲਾ ਸਰਫੇਸ ਹੈ, ਇੱਕ ਇਹ ਵਾਲਾ ਸਰਫੇਸ ਹੈ, ਠੀਕ ਹੈ। ਇਹਨਾਂ ਦੇ ਵਿਚਕਾਰ ਕੇ ਦੋਨੋਂ ਸਰਫੇਸ ਦੇ ਵਿੱਚ ਕੇ ਕੰਟੈਕਟ ਦੇ ਵਿੱਚ ਆਉਂਦੇ ਨੇ, ਤਾਂ ਆਹ ਜਿਹੜਾ ਛੋਟਾ ਬਲੋਕ ਆ ਇਹ ਦੋਨੋਂ ਸਰਫੇਸ ਕੀ ਨੇ, ਕੰਟੈਕਟ ਦੇ ਵਿੱਚ ਨੇ, ਠੀਕ ਹੈ। ਇਹ ਇਹਨਾਂ ਨੂੰ ਇਹਨੂੰ ਜ਼ੂਮ ਕਰਕੇ ਦਿਖਾਇਆ, ਆਹ ਚੀਜ਼ ਜਿਹੜਾ ਅਪਰ ਸਰਫੇਸ ਆ ਉਹ ਕੀ ਹੈ ਸਾਡੇ ਕੋਲ, ਔਰੇਂਜ ਕਲਰ ਦੇ ਵਿੱਚ ਹੈ, ਠੀਕ ਹੈ। ਅਤੇ ਜਿਹੜਾ ਡਾਰਕ ਬਰਾਊਨ ਕਲਰ ਦੇ ਵਿੱਚ ਇਹ ਸਾਡੇ ਕੋਲ ਕੀ ਹੈ, ਇਹ ਵਾਲਾ ਸਰਫੇਸ। ਇਹ ਜਿਹੜੇ ਟੇਢੀ ਵਿੰਗੀ ਜਿਹੀਆਂ ਲਾਈਨਾਂ ਨੇਗੀਆਂ ਇਹ ਕੀ ਨੇਗੀਆਂ, ਇਰੈਗੂਲਰਿਟੀਜ਼ ਨੇ ਦੋਨੋਂ ਸਰਫੇਸ ਦੇ ਵਿਚਕਾਰ, ਠੀਕ ਹੈ ਜੀ। ਇਹ ਦੋਨੋਂ ਜਿਹੜੀਆਂ ਇਰੈਗੂਲਰਿਟੀਜ਼ ਨੇ ਇਹਦੇ ਕਰਕੇ ਕੀ ਹੈ, ਸਰਫੇਸ ਕੀ ਹੋ ਜਾਂਦਾ ਹੈ, ਦੋਨੋਂ ਕੀ ਹੈ ਇਸ ਤਰ੍ਹਾਂ ਦਾ ਹੁੰਦਾ ਹੈ, ਇੰਟਰਲੌਕਿੰਗ ਹੋ ਜਾਂਦੀ ਹੈਗੀ, ਠੀਕ ਹੈ, ਇਸ ਤਰ੍ਹਾਂ ਇੱਕ ਦੂਜੇ ਦੇ ਵਿੱਚ ਆਏਗਾ, ਠੀਕ ਹੈ, ਠੀਕ ਹੈ। ਹੁਣ ਜਦੋਂ ਆਪਾਂ ਇੱਧਰੋਂ ਕੋਈ ਫੋਰਸ ਅਪਲਾਈ ਕਰਾਂਗੇ ਇਸ ਸਰਫੇਸ ਨੂੰ ਤਾਂ ਨੀਚੋਂ ਕਿ ਇਸ ਪੋਜੀਸ਼ਨ 'ਤੇ ਕੀ ਹੈ, ਅਪੋਜ਼ਿੰਗ ਫੋਰਸ ਐਕਟ ਕਰੇਗੀ, ਉਹਨੂੰ ਰੋਕੇਗੀ, ਉਹਨੂੰ ਕੀ ਕਹਿ ਦਿੰਦੇ ਆਪਾਂ, ਫ੍ਰਿਕਸ਼ਨ। ਉਹ ਕੀ ਹੋਊਗੀ ਸਾਡੀ ਫ੍ਰਿਕਸ਼ਨ ਫੋਰਸ, ਠੀਕ ਹੈ ਜੀ। ਇਸ ਕਰਕੇ ਕਿ ਜੇ ਇਹ ਕੀ ਸਾਡਾ ਕੀ ਹੋ ਗਿਆ, ਕਾਜ਼ਜ਼ ਆਫ ਫ੍ਰਿਕਸ਼ਨ। ਨੈਕਸਟ ਇਜ਼ ਨੈਸੈਸਿਟੀ ਆਫ ਫ੍ਰਿਕਸ਼ਨ, ਯੂਸਫੁਲ ਇਫੈਕਟਸ ਆਫ ਫ੍ਰਿਕਸ਼ਨ। ਪੁਆਇੰਟ ਨੰਬਰ ਏ, ਵਾਕਿੰਗ ਐਂਡ ਸਕੇਟਿੰਗ ਔਨ ਦਾ ਗਰਾਊਂਡ। ਜਦੋਂ ਆਪਾਂ ਵਾਕ ਕਰ ਰਹੇ ਹਾਂ ਜਾਂ ਸਕੇਟ ਕਰ ਰਹੇ ਹਾਂ ਆਪਾਂ ਗਰਾਊਂਡ ਦੇ ਉੱਪਰ, ਠੀਕ ਹੈ ਜੀ, ਅਤੇ ਸਾਡਾ ਕੀ ਹੈ, ਜੇ ਫ੍ਰਿਕਸ਼ਨ ਨਹੀਂ ਹੋਏਗੀ ਤਾਂ ਅਸੀਂ ਮੂਵ ਹੀ ਕਰਦੇ ਰਹਿ ਜਾਂਗੇ, ਅਸੀਂ ਚੱਲਦੇ ਹੀ ਰਹਿ ਜਾਂਗੇ ਜਾਂ ਸਕੇਟ ਹੀ ਕਰਦੇ ਰਹਿ ਜਾਂਗੇ। ਸਕੇਟਰ ਜਿਹੜੇ ਨੇ ਸਕੇਟਿੰਗ ਦੇ ਵਿੱਚ ਕੀ ਰੋਲਰਸ ਹੁੰਦੇ ਟਾਇਰ ਨਾਲ ਕਿ ਮੂਵ ਹੀ ਕਰਦੇ ਰਹਿਣਾ, ਉਹ ਸਟੋਪ ਨਹੀਂ ਹੋਣਗੇ। ਉਹ ਸਟੋਪ ਕਿਉਂ ਹੋਣਗੇ, ਕਿਉਂਕਿ ਫ੍ਰਿਕਸ਼ਨ ਹੋਏਗੀ, ਫ੍ਰਿਕਸ਼ਨ ਕਿਤੇ ਨਾ ਕਿਤੇ ਜਾ ਕੇ ਉਹਨੂੰ ਰੋਕ ਲਏਗੀ, ਅਪੋਜ਼ ਕਰੇਗੀ ਉਹਨੂੰ, ਠੀਕ ਹੈ। ਸੈਕਿੰਡ ਪੁਆਇੰਟ ਕੀ, ਸੇਫ ਡਰਾਈਵਿੰਗ ਆਫ ਵਹੀਕਲਸ। ਇਹਦੇ ਨਾਲ ਕੀ ਹੈ, ਵਹੀਕਲ ਦੀ ਆਪਾਂ ਸੇਫਲੀ ਡਰਾਈਵ ਕਰ ਸਕਦੇ ਹਾਂ, ਜਦੋਂ ਚਾਹੇ ਆਪਾਂ ਰੋਕ ਸਕਦੇ, ਜਦੋਂ ਚਾਹੀਏ ਆਪਾਂ ਉਹਨੂੰ ਚਲਾ ਸਕਦੇ ਹਾਂ, ਠੀਕ ਹੈ ਜੀ। ਮਤਲਬ ਕਿ ਫ੍ਰਿਕਸ਼ਨਲ ਫੋਰਸ ਐਕਟ ਕਰੇਗੀ, ਕਾਰ ਜਾਂ ਬਾਈਕ ਕੀ ਹੈ ਵੈਲੋਸਿਟੀ ਜਾਂ ਮਤਲਬ ਕਿ ਮੋਸ਼ਨ ਦੇ ਵਿੱਚ ਹੋਏਗੀ ਤਾਂ ਉਹਨੂੰ ਕੀ ਅਪੋਜ਼ਿੰਗ ਫੋਰਸ ਕੀ ਰੋਕ ਲਏਗੀ, ਠੀਕ ਹੈ। ਸੀ ਪੁਆਇੰਟ, ਹੋਲਡਿੰਗ ਦਾ ਨੇਲਸ ਇਨਟੂ ਦਾ ਵੁੱਡ ਇਨ ਪੋਜੀਸ਼ਨ। ਜੇ ਸਾਡੇ ਕੋਲ ਫ੍ਰਿਕਸ਼ਨ ਨਹੀਂ ਹੋਏਗੀ ਤਾਂ ਆਪਾਂ ਕਿ ਨੇਲਸ ਨੂੰ ਹੋਲਡ ਨਹੀਂ ਕਰ ਪਾਵਾਂਗੇ, ਗ੍ਰਿਪਿੰਗ ਨਹੀਂ ਕਰ ਪਾਵਾਂਗੇ। ਵਿਦਾਊਟ ਫ੍ਰਿਕਸ਼ਨ ਆਪਾਂ ਨੇਲਸ ਨੂੰ ਪਕੜ ਨਹੀਂ ਪਾਵਾਂਗੇ, ਹੈਮਰ ਨੂੰ ਪਕੜ ਪਾਵਾਂਗੇ, ਮਤਲਬ ਕਿ ਗ੍ਰਿਪਿੰਗ ਨਹੀਂ ਹੋ ਪਾਏਗੀ, ਠੀਕ ਹੈ ਜੀ। ਡੀ ਪੁਆਇੰਟ, ਹੋਲਡਿੰਗ ਦਾ ਰਾਈਟਿੰਗ ਮੀਡੀਅਮ ਸੱਚ ਐਸ ਚਾਕਸ, ਪੈਨਸਿਲ, ਪੈਨਸ ਐਕਸੈਟਰਾ। ਮਤਲਬ ਕਿ ਆਪਾਂ ਪੈਨ ਆ ਜਾਂ ਪੈਨਸਿਲ ਆ ਜਾਂ ਚੌਕ ਆ ਆਪਾਂ ਫਿੰਗਰਸ ਦੇ ਵਿੱਚ ਇਹਨੂੰ ਹੋਲਡ ਕਰਦੇ ਹਾਂ। ਜੇ ਸਾਡੇ ਕੋਲ ਫ੍ਰਿਕਸ਼ਨ ਨਹੀਂ ਹੋਏਗੀ ਤਾਂ ਗ੍ਰਿਪਿੰਗ ਪਾਵਰ ਨਹੀਂ ਹੋਏਗੀ, ਜੇ ਫ੍ਰਿਕਸ਼ਨ ਨਹੀਂ ਹੋਏਗੀ ਤਾਂ ਆਪਾਂ ਉਹਨੂੰ ਹੋਲਡ ਨਹੀਂ ਕਰ ਪਾਵਾਂਗੇ।
ਠੀਕ ਹੈ। ਜਿੱਦਾਂ ਆਪਾਂ ਹੁਣ ਗਰਮੀਆਂ ਦੇ ਵਿੱਚ ਕੀ ਆ ਪਸੀਨਾ ਜ਼ਿਆਦਾ ਆਉਂਦਾ ਆਪਣੇ ਹੱਥਾਂ ਦੇ ਵਿੱਚ, ਠੀਕ ਹੈ ਜੀ। ਕਿਉਂਕਿ ਤੁਸੀਂ ਦੇਖਣਾ ਵੀ ਉਹ ਚੌਕ ਜਾਂ ਪੈਨਸਿਲ ਕੇ ਸਲਿੱਪ ਕਰਨਾ ਸ਼ੁਰੂ ਕਰ ਦੇਣਾ, ਉਹ ਕੀ ਆ ਸਕਿਡਿੰਗ ਹੋਣ ਲੱਗ ਜਾਂਦੀ ਹੈ, ਸਲਿੱਪਿੰਗ ਹੋ ਜਾਂਦੀ ਹੈ। ਉੱਥੇ ਕੀ ਆ ਉਹ ਕੀ ਹੋ ਗਿਆ ਸਮੂਥ ਹੋ ਗਿਆ, ਠੀਕ ਹੈ। ਅਤੇ ਉੱਥੇ ਕੀ ਆ ਲੁਬਰੀਕੇਸ਼ਨ ਹੋ ਗਿਆ, ਮਤਲਬ ਕਿ ਪਸੀਨਾ ਆ ਗਿਆ ਆਪਾਂ ਨੂੰ ਕਿ ਆਇਲ ਉਹਦੇ ਨਾਲ ਕੀ ਹੈ ਫ੍ਰਿਕਸ਼ਨ ਘੱਟ ਹੋਏਗੀ। ਫ੍ਰਿਕਸ਼ਨ ਘੱਟ ਹੋਣ ਨਾਲ ਕੀ ਆ ਉਹਦੀ ਕਿ ਪਕੜ ਜਿਹੜੀ ਹੈ ਉਹ ਘੱਟ ਜਾਏਗੀ, ਮਤਲਬ ਗ੍ਰਿਪਿੰਗ ਪਾਵਰ ਘੱਟ ਜਾਏਗੀ, ਠੀਕ ਹੈ। Next point is E. Friction between the surface of the road and tires of our vehicles allow the vehicles to move without slipping, ਠੀਕ ਹੈ ਜੀ। ਮਤਲਬ ਕਿ ਜਦੋਂ ਟਾਇਰ, ਜਦੋਂ ਕਾਰ ਚਲਾ ਰਹੇ ਹਾਂ, ਬਾਈਕ ਚਲਾ ਰਹੇ ਹਾਂ, ਜਿਹੜਾ ਕਾਰ ਜਾਂ ਬਾਈਕ ਦਾ ਟਾਇਰ ਹੈਗਾ ਰੋਡ ਦੇ ਉੱਪਰ ਜਦੋਂ ਕੀ ਆ ਆਪਾਂ ਬ੍ਰੇਕ ਲਗਾ ਦਿੰਦੇ ਇੱਕਦਮ, ਉਹਦੇ ਨਾਲ ਕੀ ਹੈਗੀ ਆ ਹੀਟ ਜਨਰੇਟ ਹੁੰਦੀ ਆ। ਉਹ ਹੀਟ ਕਿਉਂ ਜਨਰੇਟ ਹੁੰਦੀ ਆ, ਆਪਾਂ ਕਹਿੰਦੇ ਟਾਇਰ ਘਸ ਗਿਆ, ਠੀਕ ਹੈ ਜੀ। ਟਾਇਰ ਕਿਉਂ ਘਸਦਾ, ਉਹ ਕਿਉਂ ਫ੍ਰਿਕਸ਼ਨ ਘੱਟ ਗਿਆ ਘਸਦਾ ਹੈਗਾ, ਕਿਉਂਕਿ ਜਦੋਂ ਕਿ ਅਪੋਜ਼ਿੰਗ ਫੋਰਸ ਐਕਟ ਕਰਦੀ ਹੈ ਬੋਡੀ ਕੀ ਹੁੰਦੀ, ਜਿਹੜੀ ਕਾਰ ਕੀ ਮੋਸ਼ਨ ਦੇ ਵਿੱਚ ਹੁੰਦੀ ਹੈ ਕਿ ਚੱਲ ਰਹੀ ਹੈ ਸਪੀਡ ਦੇ ਵਿੱਚ, ਉਹਦੇ ਨਾਲ ਕੀ ਅਪੋਜ਼ਿੰਗ ਫੋਰਸ ਐਕਟ ਕਰਦੀ ਹੈ ਅਦਰ ਸਰਫੇਸ ਦੇ ਉੱਪਰ, ਉਹਨੂੰ ਕੀ ਰੋਕ ਲੈਂਦੀ ਹੈ। ਉਹਦੇ ਨਾਲ ਕੀ ਹੈ ਹੀਟ ਜਨਰੇਟ ਹੋਏਗੀ, ਠੀਕ ਹੈ। ਲੋਡ ਪੈ ਜਾਂਦਾ ਉੱਥੇ ਕੀ ਹੁੰਦੀ ਹੈ ਹੀਟ ਜਨਰੇਟ ਹੋਏਗੀ ਤਾਂ ਸਲਿੱਪ ਹੋ ਜਾਊਗਾ ਵਿਦਾਊਟ ਸਲਿੱਪਿੰਗ, ਉਦੋਂ ਕੀ ਕਹਿੰਦੇ ਨੇ ਆਪਾਂ ਫ੍ਰਿਕਸ਼ਨ ਫੋਰਸ, ਠੀਕ ਹੈ। ਨੈਕਸਟ ਇਜ਼ ਹਾਰਮਫੁਲ ਇਫੈਕਟਸ ਆਫ ਫ੍ਰਿਕਸ਼ਨ। ਫ੍ਰਿਕਸ਼ਨ ਦੇ ਸਾਨੂੰ ਕੋਈ ਹਾਰਮਫੁਲ ਇਫੈਕਟਸ ਕੀ ਹੈਗੇ। ਨੰਬਰ 1 ਇਜ਼ ਮੂਵਿੰਗ ਓਬਜੈਕਟਸ ਟੂ ਸਟਾਪ ਔਰ ਸਲੋ ਡਾਊਨ। ਮਤਲਬ ਕੀ ਹੈ ਫ੍ਰਿਕਸ਼ਨ ਦੇ ਹੋਣ ਨਾਲ ਕੀ ਹੈ, ਜਦੋਂ ਆਪਾਂ ਕਿ ਬੋਡੀ ਮੋਸ਼ਨ ਦੇ ਵਿੱਚ ਹੈ, ਕੋਈ ਓਬਜੈਕਟ ਮੋਸ਼ਨ ਦੇ ਵਿੱਚ ਮੂਵ ਕਰ ਰਿਹਾ ਤਾਂ ਕੁਛ ਦੂਰ ਜਾ ਕੇ ਰੁਕ ਜਾਏਗਾ ਡਿਊ ਟੂ ਫ੍ਰਿਕਸ਼ਨ, ਠੀਕ ਹੈ। ਜੇ ਆਪਾਂ ਬੋਲ ਥਰੋ ਕੀਤੀ ਹੈਗੀ ਉਹਨੂੰ ਕੀ ਹੈ ਜਿੰਨੀ ਉਹਨੂੰ ਪੁਸ਼ਿੰਗ ਫੋਰਸ ਅਪਲਾਈ ਕਰਾਂਗੇ ਉਹ ਉਨਾ ਕੀ ਪੁਸ਼ ਕਰੇਗਾ, ਅੱਗੇ ਜਾ ਕੇ ਕੀ ਹੈ ਅਪੋਜ਼ਿੰਗ ਫੋਰਸ ਐਕਟ ਕਰੇਗੀ, ਉਹਦੇ ਨਾਲ ਕੀ ਹੈ ਉਹ ਜਿਹੜੀ ਬੋਲ ਆ ਉਹ ਰੁਕ ਜਾਏਗੀ, ਸਟਾਪ ਹੋ ਜਾਏਗੀ। ਸਲੋ ਹੋਣ ਤੋਂ ਪਹਿਲਾਂ ਸਲੋ ਹੋ ਗਈ, ਸਲੋ ਹੁੰਦੀ ਕੀ ਉਹ ਰੁਕ ਜਾਏ, ਕਿਉਂਕਿ ਫ੍ਰਿਕਸ਼ਨ ਫੋਰਸ ਕੀ ਆ ਪੁਸ਼ਿੰਗ ਫੋਰਸ ਨਾਲੋਂ ਜ਼ਿਆਦਾ ਇਨਕਰੀਜ਼ ਹੋ ਜਾਏਗੀ, ਉਹਦੇ ਨਾਲ ਕੀ ਉਹਨੂੰ ਰੋਕ ਲਏਗੀ, ਠੀਕ ਹੈ। ਨੈਕਸਟ ਕੀ ਵੇਅਰ ਐਂਡ ਟੀਅਰ ਆਫ ਦਾ ਮੂਵਿੰਗ ਪਾਰਟਸ ਆਫ ਮਸ਼ੀਨਰੀ, ਸੋਲਸ ਆਫ ਸ਼ੂਜ਼ ਐਕਸੈਟਰਾ। ਮਸ਼ੀਨਰੀ ਦੀ ਕਹਿੰਦੇ ਮੂਵਿੰਗ ਪਾਰਟਸ ਜਿਹੜਾ ਮਸ਼ੀਨਰੀ ਜਿਵੇਂ ਕਾਰ ਲਾ ਲਓ, ਬਾਈਕ ਲਾ ਲਓ, ਕੁਛ ਮੂਵਿੰਗ ਮਸ਼ੀਨਰੀ ਨਹੀਂ ਹੈਗੀਆਂ, ਠੀਕ ਹੈ। ਪਾਰਟਸ ਕੀ ਆ ਵੇਅਰ ਐਂਡ ਟੀਅਰ ਹੋਏ, ਜਿੰਨਾ ਚੱਲੀ ਜਾਓ ਉਹਦੇ ਨਾਲ ਕੀ ਆ ਲੋਡ ਪਈ ਜਾਊਗਾ, ਉਹਦੇ ਨਾਲ ਕੀ ਵੇਅਰ ਐਂਡ ਟੀਅਰ ਹੋ ਕੇ ਫ੍ਰਿਕਸ਼ਨ ਫੋਰਸ ਕੀ ਐਕਟ ਕਰੇਗੀ, ਅਪੋਜ਼ਿੰਗ ਫੋਰਸ ਨਾਲ ਕੀ ਵੇਅਰ ਐਂਡ ਟੀਅਰ ਹੋਏਗੀ, ਠੀਕ ਹੈ। ਅਤੇ ਆਪਣਾ ਕੀ ਜਿਵੇਂ ਆਪਾਂ ਸ਼ੂਜ਼ ਲੈਂਦੇ ਹਾਂ, ਸ਼ੂਜ਼ ਦੇ ਜਿਹੜੇ ਤਾਂ ਸੋਲਸ ਹੁੰਦੇ ਨੇ ਤਲੇ ਕਹਿ ਦਿੰਦੇ ਆਪਾਂ ਪੰਜਾਬੀ ਦੇ ਵਿੱਚ, ਉਹ ਕੀ ਆ ਜੇ ਨਵੇਂ ਲੈਂਦੇ ਉਹ ਰਫ ਹੁੰਦੇ ਨੇ, ਠੀਕ ਹੈ ਜੀ। ਉਹਨਾਂ ਗ੍ਰਿਪਿੰਗ ਪਾਵਰ ਜ਼ਿਆਦਾ ਹੁੰਦੀ ਹੈਗੀ, ਠੀਕ ਹੈ। ਕਿਉਂਕਿ ਨਵੇਂ ਉਹਦਾ ਕੀ ਹੈ ਆਪਣੇ ਕੀ ਆ ਫ੍ਰਿਕਸ਼ਨ ਫੋਰਸ ਆਪਾਂ ਚੱਲਦੇ ਹਾਂ ਤਾਂ ਉਹਦੇ ਨਾਲ ਕੀ ਆ ਫ੍ਰਿਕਸ਼ਨ ਫੋਰਸ ਐਕਟ ਕਰਦੀ ਅਦਰ ਸਰਫੇਸ, ਉਹਦੇ ਨਾਲ ਕੀ ਆ ਜਿਹੜੀ ਆਪਣਾ ਪਕੜ ਜ਼ਿਆਦਾ ਰਹਿੰਦੀ ਆ, ਗ੍ਰਿਪਿੰਗ ਰਹਿੰਦੀ ਹੈ, ਠੀਕ ਹੈ। ਜਿਵੇਂ ਕਿ ਜਿਉਂ ਉਹ ਟਾਈਮ ਬੀਤਦਾ ਜਾਂਦਾ ਹੈਗਾ ਉਹਦੇ ਨਾਲ ਕੀ ਆ ਘਸਣਾ ਸ਼ੁਰੂ ਹੋ ਜਾਂਦਾ, ਉਹ ਕੀ ਸਮੂਥ ਹੋ ਜਾਂਦਾ ਹੈਗਾ ਤਾਂ ਉਹ ਕੀ ਸਲਿੱਪਰੀ ਹੋ ਜਾਂਦਾ, ਉੱਥੇ ਕੀ ਫ੍ਰਿਕਸ਼ਨ ਫੋਰਸ ਕੀ ਆ ਘੱਟ ਜਾਂਦੀ ਹੈ, ਠੀਕ ਹੈ। ਨੈਕਸਟ ਪੁਆਇੰਟ ਇਜ਼ ਲਾਸ ਆਫ ਐਨਰਜੀ ਵਿਚ ਟਰਨਸ ਇਨਟੂ ਹੀਟ ਐਨਰਜੀ। ਹੁਣ ਕੀ ਹੈ ਜਦੋਂ ਆਪਾਂ ਲੋਡ ਜ਼ਿਆਦਾ ਪਾਏਂਗੇ ਆਪਾਂ ਐਨਰਜੀ ਦਾ ਲਾਸ ਹੋਏਗਾ ਤਾਂ ਉਹਨੂੰ ਕੀ ਹੀਟ ਐਨਰਜੀ ਵਿੱਚ ਹੋ ਕੇ ਕਨਵਰਟ, ਜਿੱਦਾਂ ਕਿ ਆਪਣਾ ਕਾਰ ਦੇ ਵਿੱਚ ਕਹਿੰਦੇ ਆਪਾਂ ਐਨਰਜੀ ਦਾ ਲਾਸ ਹੀ ਹੋ ਰਿਹਾ ਹੈਗਾ, ਜਦ ਬ੍ਰੇਕ ਲਾਉਂਦੇ ਆਪਾਂ ਇੱਕਦਮ ਤਾਂ ਕਿ ਟਾਇਰ ਘਸ ਜਾਂਦੇ ਨੇ, ਲਾਸ ਹੋ ਗਿਆ ਉਹਦੇ ਨਾਲ ਕਿ ਹੀਟ ਐਨਰਜੀ ਪ੍ਰੋਡਿਊਸ ਹੋ ਰਹੀ ਹੈ ਡਿਊ ਟੂ ਫ੍ਰਿਕਸ਼ਨ, ਠੀਕ ਹੈ। ਨੈਕਸਟ ਪੁਆਇੰਟ ਇਜ਼ ਡਿਕਰੀਜ਼ ਦਾ ਐਫੀਸ਼ੀਐਂਸੀ ਆਫ ਮਸ਼ੀਨਰੀ ਐਜ਼ ਐਕਸਟਰਾ ਪਾਵਰ ਇਜ਼ ਰਿਕੁਆਇਰਡ ਟੂ ਓਵਰਕਮ ਫ੍ਰਿਕਸ਼ਨ। ਫ੍ਰਿਕਸ਼ਨ ਘਟਾਉਣ ਲਈ ਕੀ ਆਪਾਂ ਨੂੰ ਉਹ ਐਕਸਟਰਾ ਪਾਵਰ ਕੀ ਆ ਮਸ਼ੀਨਰੀ ਨੂੰ ਦੇਣੀ ਪੈਂਦੀ ਹੈਗੀ, ਠੀਕ ਹੈ। ਉਹਦੇ ਨਾਲ ਕੀ ਮਸ਼ੀਨਰੀ ਦੀ ਕੀ ਹੈ ਐਫੀਸ਼ੀਐਂਸੀ ਕੀ ਆ ਘਟ ਜਾਏਗੀ, ਠੀਕ ਹੈ, ਪ੍ਰੋਡਕਟਿਵਿਟੀ ਘਟ ਜਾਏਗੀ ਮਤਲਬ, ਠੀਕ ਹੈ। These are the harmful effects of friction. Next is types of friction. Generally we classify the friction into categories. Number 1 is static friction, number 2 is dynamic friction. Static friction is still, means rest, no motion, okay. And dynamic friction is velocity ਹੋ ਕਹਿੰਦੇ ਆਪਾਂ motion, means ਕੋਈ motion ਦੇ ਵਿੱਚ ਹੈ, means ਕੀ ਆ still ਨਹੀਂ ਹੈਗੀ ਹੈ, ਠੀਕ ਹੈ ਜੀ, ਰੈਸਟ ਪੋਜੀਸ਼ਨ ਦੇ ਵਿੱਚ ਨਹੀਂ ਹੈਗੀ ਹੈ, ਠੀਕ ਹੈ। ਫਸਟ ਹੁਣ ਤੁਸੀਂ ਆਹ ਫਿਗਰ ਦੇਖ ਰਹੇ ਹੋ, ਜਿੱਦਾਂ ਆਪਾਂ ਗੱਲ ਕਰ ਲਈ ਸਟੈਟਿਕ ਦੇ ਵਿੱਚ, ਸਟੈਟਿਕ ਦੇ ਕੇਸ ਵਿੱਚ ਕਿ ਆਹ ਵਾਲੀ ਫਿਗਰ ਆ ਤੁਹਾਡੇ ਕੋਲ, ਠੀਕ ਹੈ। ਇਹਦੇ ਵਿੱਚ ਕੀ ਆ ਬੋਡੀ ਨੂੰ 'ਚ ਕੋਈ ਵੀ ਮੋਸ਼ਨ ਨਹੀਂ ਹੈਗਾ, ਦੋ ਸਰਫੇਸ ਦੇ ਵਿਚਕਾਰ ਕੀ ਹੈ ਕਿ ਆਹ ਫਸਟ ਸਰਫੇਸ ਆ ਗ੍ਰੀਨ ਕਲਰ 'ਚ, ਸੈਕਿੰਡ ਸਰਫੇਸ ਆ, ਠੀਕ ਹੈ ਜੀ, ਇਹ ਵਾਲਾ ਮਤਲਬ ਕਿ ਕੋਈ ਮੋਸ਼ਨ ਨਹੀਂ ਹੈਗਾ, ਠੀਕ ਹੈ। ਬਟ ਇਹ 'ਚ ਫ੍ਰਿਕਸ਼ਨ ਐਕਟ ਕਰੇ, ਜਦੋਂ ਲਿਟਲ ਬਿਟ ਆਫ ਫੋਰਸ ਅਪਲਾਈ ਕਰਾਂਗੇ ਉਹਦੇ ਨਾਲ ਕੀ ਆ ਕੋਈ ਮੋਸ਼ਨ 'ਚ ਨਹੀਂ ਆਏਗਾ, ਜਾਂ ਕਿਉਂਕਿ ਫੋਰਸ ਫ੍ਰਿਕਸ਼ਨਲ ਫੋਰਸ ਕੀ ਜ਼ਿਆਦਾ ਹੈ ਤਾਂ ਅਪਲਾਈੰਗ ਫੋਰਸ ਕੀ ਘੱਟ ਹੈਗੀ, ਠੀਕ ਹੈ। ਇੱਥੇ ਕੀ ਬੋਡੀ ਕੀ ਮੋਸ਼ਨ ਦੇ ਵਿੱਚ ਨਹੀਂ ਆਏਗੀ, ਉਹ ਸਟਿਲ ਰਹੇਗੀ, ਮਤਲਬ ਸਟੈਟਿਕ ਰਹੇਗੀ, ਸਥਿਰ ਰਹੇਗੀ, ਉੱਥੇ ਹੀ ਹੋਊਗੀ, ਠੀਕ ਹੈ। ਬੋਡੀ ਨੂੰ ਕੀ ਆ ਜਾਂ ਮੂਵ ਕਰਨ ਲਈ ਕੀ ਰਿਕੁਆਇਰਡ ਫੋਰਸ ਅਪਲਾਈ ਕਰਨੀ ਪਏਗੀ, ਠੀਕ ਹੈ। ਇਹਨੂੰ ਆਪਾਂ ਸਟੈਟਿਕ ਫ੍ਰਿਕਸ਼ਨ ਕਹਿੰਦੇ ਆਪਾਂ ਵੈਨ ਬੋਡੀ ਐਟ ਰੈਸਟ ਰਿਕੁਆਇਰਡ ਅ ਫੋਰਸ ਟੂ ਮੂਵ ਇਟ ਇਜ਼ ਡਿਨੋਟਡ ਬਾਈ FS, okay. Second is dynamic friction, when body is in motion
and applying a required force, it is denoted by FD। ठीक है, ਇਹ ਜਿਹੜੀ ਫਿਗਰ ਹੈ ਇਹ ਕੀ ਸਾਡੇ ਕੋਲ ਡਾਇਨਾਮਿਕ ਫ੍ਰਿਕਸ਼ਨ ਦੀ ਫਿਗਰ ਹੈਗੀ ਹੈ। ਠੀਕ ਹੈ, ਇਹਦੇ ਵਿੱਚ ਦੇਖੋ ਕੀ ਸਾਡੇ ਕੋਲ ਫੋਰਸ ਅਪਲਾਈ ਕੀਤੀ ਆਪਾਂ ਇੱਥੇ ਇਸ ਸਰਫੇਸ 'ਤੇ। ਠੀਕ ਹੈ, ਉਹਦੇ ਨਾਲ ਕੀ ਹੈ ਬੋਡੀ ਦੇ ਵਿੱਚ ਕੀ ਹੈ ਮੋਸ਼ਨ ਆ ਗਿਆ, ਰਿਕੁਆਇਰਡ ਫੋਰਸ ਅਪਲਾਈ ਕਰਤੀ ਆਪਾਂ। ਠੀਕ ਹੈ, ਫਿਰ ਕੀ ਅਪੋਜ਼ਿੰਗ ਫੋਰਸ ਕੀ ਐਕਟ ਹੋ ਜਾਂਦੀ ਹੈ ਆਹ ਚੀਜ਼। ਠੀਕ ਹੈ, ਇਹਨੂੰ ਕੋਈ ਕਹਿ ਦਿੰਦੇ ਆਪਾਂ ਫ੍ਰਿਕਸ਼ਨ। ਠੀਕ ਹੈ, ਡਾਇਨਾਮਿਕ ਮੀਨਸ ਕਿ ਮੋਸ਼ਨ ਦੇ ਵਿੱਚ ਸਟੈਟਿਕ ਅਤੇ ਡਾਇਨਾਮਿਕ ਦੇ ਵਿੱਚ ਡਿਫਰੈਂਸ ਕੀ ਹੈ। ਸਟੈਟਿਕ ਵਿੱਚ ਮਤਲਬ ਕੀ ਹੁੰਦਾ ਸਟਿਲ, ਕੋਈ ਮੋਸ਼ਨ ਨਹੀਂ, ਅਤੇ ਡਾਇਨਾਮਿਕ ਵਿੱਚ ਕੀ ਆ ਬੋਡੀ ਨੂੰ ਕੀ ਆ ਮੋਸ਼ਨ ਦੇ ਵਿੱਚ ਆ ਉਹ ਸਟਿਲ ਲਿਟਲ ਬਿਟ ਸਲਾਈਡ ਕਰਨਾ ਸ਼ੁਰੂ ਕਰ ਦੇਗੀ ਅਦਰ ਸਰਫੇਸ ਦੇ ਉੱਪਰ। ਠੀਕ ਹੈ ਜੀ, ਉਹ ਕੀ ਹੋਗਾ ਡਾਇਨਾਮਿਕ। ਡਾਇਨਾਮਿਕ ਫ੍ਰਿਕਸ਼ਨ ਇਜ਼ ਆਲਸੋ ਕਾਲਡ ਕਾਈਨਾਮੈਟਿਕ ਫ੍ਰਿਕਸ਼ਨ। ਠੀਕ ਹੈ ਜੀ, next slide is classification of dynamic friction: sliding friction, rolling friction and pivot friction. Number one is sliding friction, when two surfaces have sliding friction ਦੀ ਗੱਲ ਕਰ ਲਈ ਜਦੋਂ when two surfaces have a sliding motion relative to each other। ਜਦੋਂ ਦੋ ਸਰਫੇਸ ਕੀ ਨੇ ਰਿਲੇਟਿਵਲੀ ਕੀ ਆ ਉਹ ਸਲਾਈਡ ਕਰ ਦੇਣ ਇੱਕ ਦੂਜੇ ਦੇ ਉੱਪਰ, ਉਹਨੂੰ ਕੀ ਕਹਿ ਦਿੰਦੇ ਆਪਾਂ ਸਲਾਈਡਿੰਗ ਫ੍ਰਿਕਸ਼ਨ। ਐਗਜ਼ਾਮਪਲ ਕੀ ਹੈ ਨਟ ਐਂਡ ਬੋਲਟ। ਨਟ ਕੀ ਹੈ ਸਾਡੇ ਕੋਲ ਇੱਕ ਦੂਜੇ ਦੇ ਉੱਪਰ ਕੀ ਹੈ ਮੂਵ ਕਰ ਰਹੇ ਨੂੰ ਸਲਾਈਡ ਕਰ ਰਹੇ ਆਪਾਂ। ਠੀਕ ਹੈ ਜੀ, ਆਹ ਸਾਡੇ ਕੋਲ ਕੀ ਹੋ ਗਿਆ ਮਤਲਬ ਆ ਬੋਲਟ ਹੋ ਗਿਆ। ਠੀਕ ਹੈ ਜੀ, ਆਹ ਸਾਡੇ ਕੋਲ ਕੀ ਹੈ ਨਟ ਹੈਗਾ। ਠੀਕ ਹੈ, ਇੱਕ ਦੂਜੇ ਦੇ ਉੱਪਰ ਇਹਨੂੰ ਸਲਾਈਡ ਕਰ ਰਿਹਾ ਆਪਾਂ, ਕਈ ਨਟ ਚੜਾ ਰਹੇ ਹਾਂ ਉਹਦੇ ਉੱਪਰ ਜਾਂ ਕਈ ਵਾਰ ਲੂਜ਼ ਕਰ ਰਹੇ ਹਾਂ, ਓਕੇ ਸਲਾਈਡ ਕਰ ਰਹੇ ਇੱਕ ਦੂਸਰੇ ਦੇ ਉੱਪਰ। ਠੀਕ ਹੈ, ਇਸ ਤਰ੍ਹਾਂ ਆਪਾਂ ਨੂੰ ਆਹ ਫਿਗਰ ਦੇ ਵਿੱਚ ਸ਼ੋਅ ਕੀਤਾ ਸਲਾਈਡਿੰਗ ਦੇ ਵਿੱਚ, ਆਹ ਸਲਾਈਡਿੰਗ ਫ੍ਰਿਕਸ਼ਨ ਆ ਬੱਚਾ ਹੈਗਾ, ਇਹਦੇ ਵਿੱਚ ਕੀ ਸਲਾਈਡ ਕਰ ਰਿਹਾ ਉੱਪਰੋਂ ਨੀਚੇ। ਠੀਕ ਹੈ, ਅਪੋਜ਼ਿੰਗ ਕੀ ਹੈ ਇਹਦਾ ਕਿ ਫ੍ਰਿਕਸ਼ਨ ਫੋਰਸ ਅਪੋਜ਼ਿਟ ਡਾਇਰੈਕਸ਼ਨ ਵਿੱਚ ਐਕਟ ਕਰ ਰਹੀ ਹੈ, ਦੈਟ ਇਜ਼ ਕੀ ਸਲਾਈਡ ਕਰ ਰਿਹਾ, ਇਹ ਕੀ ਹੋਗਾ ਸਾਡਾ ਸਲਾਈਡਿੰਗ ਫ੍ਰਿਕਸ਼ਨ। ਠੀਕ ਹੈ ਜੀ, ਨੈਕਸਟ ਕੀ ਸਾਡੇ ਕੋਲ ਰੋਲਿੰਗ ਫ੍ਰਿਕਸ਼ਨ। ਰੋਲਿੰਗ ਫ੍ਰਿਕਸ਼ਨ ਦੇ ਵਿੱਚ ਕੀ ਗੱਲ ਕਰੀਏ ਆਪਾਂ ਵੈਨ ਦਾ ਟੂ ਸਰਫੇਸਿਸ ਹੈਵ ਅ ਰੋਲਿੰਗ ਮੋਸ਼ਨ ਟੂ ਈਚ ਅਦਰ। ਠੀਕ ਹੈ, ਇਹਦੇ ਵਿੱਚ ਕੀ ਹੈ ਦੋ ਸਰਫੇਸ ਕੀ ਨੇ ਰੋਲ ਕਰ ਰਹੇ ਨੇ ਇੱਕ ਦੂਜੇ ਦੇ ਨਾਲ ਰਿਲੇਟਿਵਲੀ। ਠੀਕ ਹੈ, ਠੀਕ ਹੈ, ਐਗਜ਼ਾਮਪਲਸ ਕੀ ਇਹਦੇ ਵਿੱਚ ਦਿੱਤੀਆਂ ਟੈਨਿਸ ਬੋਲ ਰੋਲਿੰਗ ਔਨ ਗਰਾਊਂਡ, ਬਾਲਸ ਐਂਡ ਰੋਲਰ ਬੀਅਰਿੰਗਸ। ਹੁਣ ਆਹ ਫਿਗਰ ਤੁਹਾਡੇ ਕੋਲ ਸ਼ੋ ਆਪਣੇ ਕੋਲ ਸ਼ੋ ਕੀਤੀ ਹੈ, ਇਹਦੇ ਵਿੱਚ ਆਹ ਚੀਜ਼ ਹੈ ਰੋਲਿੰਗ ਫ੍ਰਿਕਸ਼ਨ ਦੀ। ਆਹ ਕੀ ਹੈ ਫੋਰਸ ਅਪਲਾਈ ਕਰ ਰਹੇ, ਆਹ ਕੀ ਸਾਡੇ ਕੋਲ ਰੋਲਰ ਹੈਗਾ। ਠੀਕ ਹੈ ਜੀ, ਇਹ ਰੋਲਰ ਜਿਹੜੀ ਹੈ ਉਹ ਕਿਸ ਤਰ੍ਹਾਂ ਮੂਵ ਕਰੇਗਾ, ਇਸ ਤਰ੍ਹਾਂ ਮੂਵ ਕਰ ਰਿਹਾ ਹੈਗਾ ਇਸ ਡਾਇਰੈਕਸ਼ਨ ਦੇ ਵਿੱਚ। ਠੀਕ ਹੈ, ਤਾਂ ਆ ਕੇ ਅਪੋਜ਼ਿੰਗ ਫੋਰਸ ਕੀ ਹੈ ਐਕਟ ਕਰ ਰਹੀ ਹੈ, ਉਹ ਕੀ ਹੈ ਫ੍ਰਿਕਸ਼ਨ। ਠੀਕ ਹੈ, ਕਿਉਂਕਿ ਰੋਲ ਕਰੇਗਾ ਜਿੰਨੀ ਆਪਾਂ ਫੋਰਸ ਅਪਲਾਈ ਕਰਾਂਗੇ ਉਨਾ ਕੁ ਮੂਵ ਕਰ ਜਾਏਗਾ, ਜਦੋਂ ਫ੍ਰਿਕਸ਼ਨ ਜ਼ਿਆਦਾ ਇਨਕਰੀਜ਼ ਹੋਗੀ ਉੱਥੇ ਜਾ ਕੇ ਉਹ ਰੁਕ ਜਾਏਗਾ। ਠੀਕ ਹੈ, ਇਹ ਕੀ ਆ ਇੱਕ ਦੂਜੇ ਫੋਰਸ ਕੇ ਸਰਫੇਸ ਦੇ ਉੱਪਰ ਕੀ ਆ ਰੋਲ ਕਰ ਰਿਹਾ। ਜਿੱਦਾਂ ਫੋਰ ਐਗਜ਼ਾਮਪਲ ਸਾਡੇ ਕੋਲ ਟੈਨਿਸ ਬੋਲ ਆ ਗਰਾਊਂਡ, ਆਪਾਂ ਟੈਨਿਸ ਬੋਲ ਨੂੰ ਥਰੋ ਕਰਦੇ ਹਾਂ ਕਿ ਗਰਾਊਂਡ ਦੇ ਉੱਪਰ। ਠੀਕ ਹੈ, ਇੱਕ ਸਰਫੇਸ ਹੋਗਾ ਸਾਡੇ ਕੋਲ ਟੈਨਿਸ ਬੋਲ, ਦੂਜਾ ਸਰਫੇਸ ਹੋਗਾ ਸਾਡੇ ਕੋਲ ਗਰਾਊਂਡ। ਠੀਕ ਹੈ ਜੀ, ਆਪਾਂ ਟੈਨਿਸ ਬੋਲ ਨੂੰ ਥਰੋ ਕਰਾਂਗੇ, ਜਿੰਨੀ ਆਪਾਂ ਪੁਸ਼ਿੰਗ ਫੋਰਸ ਲਾਵਾਂਗੇ, ਜਿੰਨੀ ਆਪਾਂ ਫੋਰਸ ਨੂੰ ਅਪਲਾਈ ਕਰਾਂਗੇ, ਜਿੰਨੇ ਦੂਰ ਥਰੋ ਕਰਾਂਗੇ ਉਹ ਕੁਛ ਟਾਈਮ ਤਾਂ ਜ਼ਿਆਦਾ ਸਪੀਡ ਨਾਲ ਜਾਏਗਾ, ਥੋੜ੍ਹੇ ਜਿਹੇ ਆ ਕੇ ਗਰਾਊਂਡ ਦੇ ਉੱਪਰ ਜਦ ਆਏਗਾ ਓਕੇ ਸਲੋ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਫ੍ਰਿਕਸ਼ਨਲ ਫੋਰਸ ਕੀ ਆ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ ਅਪਲਾਈੰਗ ਫੋਰਸ ਨਾਲ। ਉਹਨਾਂ ਕੀ ਆ ਜਦੋਂ ਫ੍ਰਿਕਸ਼ਨਲ ਫੋਰਸ ਜ਼ਿਆਦਾ ਹੋ ਜਾਏਗੀ ਅਪਲਾਈੰਗ ਫੋਰਸ ਨਾਲ, ਕੁਛ ਪੋਜੀਸ਼ਨ 'ਤੇ ਜਾ ਕੇ ਕੀ ਆ ਜਿਹੜਾ ਟੈਨਿਸ ਬੋਲ ਆ ਉਹ ਕੀ ਰੁਕ ਜਾਏਗੀ। ਠੀਕ ਹੈ, ਉਹ ਕੀ ਹੋ ਗਈ ਰੋਲ ਕਰ ਰਹੀ ਹੈ ਆਪਣੀ, ਇਹ ਕੀ ਆ ਬॉल ਟੈਨਿਸ ਬॉल ਕੀ ਰੋਲ ਕਰ ਰਹੀ ਹੈਗੀ ਗਰਾਊਂਡ ਦੇ ਉੱਪਰ। ਠੀਕ ਹੈ, ਤਾਂ ਨੈਕਸਟ ਇਜ਼ ਪਿਵਟ ਫ੍ਰਿਕਸ਼ਨ। ਪਿਵਟ ਫ੍ਰਿਕਸ਼ਨ ਕੀ ਹੁੰਦਾ ਸਾਡੇ ਕੋਲ ਫ੍ਰਿਕਸ਼ਨਲ ਫੋਰਸ ਐਕਸਪੀਰੀਅੰਸਡ ਬਾਏ ਆ ਬੋਡੀ ਡਿਊ ਟੂ ਦਾ ਮੋਸ਼ਨ ਆਫ ਰੋਟੇਸ਼ਨ ਐਜ਼ ਇਨ ਕੇਸ ਆਫ ਫੁੱਟ ਸਟੈਪ ਬੀਅਰਿੰਗ। ਹੁਣ ਜਿੱਦਾਂ ਕਿ ਸਾਡੇ ਕੋਲ ਪਿਵਟ ਦਾ ਮਤਲਬ ਕੀ ਹੁੰਦਾ ਸਾਡੇ ਕੋਲ ਕੀ ਹੈ ਰੋਟੇਸ਼ਨ। ਪਿਵਟ ਕੀ ਹੁੰਦੀ ਰੋਟੇਸ਼ਨ, ਤੁਸੀਂ ਪਾਰਕਸ ਦੇ ਵਿੱਚ ਦੇਖਿਆ ਹੋਣਾ ਆਪਾਂ ਝੂਲੇ ਜਿਹੇ ਹੁੰਦੇ ਨੇਗੇ। ਠੀਕ ਹੈ, ਇਸ ਤਰ੍ਹਾਂ ਦਾ ਉਹ ਕੀ ਆ ਰੋਟੇਟ ਕਰਦੇ ਨੇਗੇ। ਠੀਕ ਹੈ, ਉਹ ਪਿਵਟ ਦਾ ਕੀ ਮਤਲਬ ਹੁੰਦਾ ਰੋਟੇਸ਼ਨ, ਜਿੰਨਾ ਉਹਨੂੰ ਉੱਪਰ ਰੋਟੇਟ ਕਰ ਦਾਂਗੇ ਉਹਨਾਂ ਕੋ ਪੋਜੀਸ਼ਨ 'ਤੇ ਜਾ ਉਹਨਾਂ ਕੀ ਆ ਉਹ ਰੋਟੇਟ ਕਰਦਾ ਰਹੂਗਾ। ਉਦੋਂ ਕੀ ਆ ਜਦੋਂ ਫ੍ਰਿਕਸ਼ਨਲ ਫੋਰਸ ਕੀ ਇਨਕਰੀਜ਼ ਹੋਣੀ ਸ਼ੁਰੂ ਕਰਦੀ ਉਹ ਆਇਆ ਕੁਛ ਟਾਈਮ ਤੋਂ ਜ਼ਿਆਦਾ ਕਿ ਹੌਲੀ ਰੁਕ ਉਹਦੀ ਸਪੀਡ ਕੀ ਹੈ ਸਲੋ ਹੁੰਦੀ ਜਾਊਗੀ, ਕੁਛ ਉਹਦੀ ਪੋਜੀਸ਼ਨ ਇੱਥੇ ਆ ਜਾਏਗੀ, ਫ੍ਰਿਕਸ਼ਨਲ ਫੋਰਸ ਜ਼ਿਆਦਾ ਹੋ ਜਾਏਗੀ ਅਤੇ ਅਪਲਾਈੰਗ ਫੋਰਸ ਘੱਟ ਜਾਏਗੀ ਤਾਂ ਉਹ ਕੀ ਹੈ ਰੋਟੇਸ਼ਨ ਉਹਦੀ ਕੀ ਬੰਦ ਹੋਈ ਸਟਾਪ ਹੋ ਜਾਏਗਾ ਬਸ। ਠੀਕ ਹੈ, ਉਹ ਰੁਕ ਜਾਏਗਾ। ਠੀਕ ਹੈ, ਇਹਦੇ ਸਾਡੀ ਪਿਵਟ ਫ੍ਰਿਕਸ਼ਨ। Some other type of friction, number one is dry friction, friction between two unlubricated or dry surface। ਠੀਕ ਹੈ ਜੀ, ਮਤਲਬ ਕਹਿੰਦਾ ਕੀ ਹੈ ਡਰਾਈ ਫ੍ਰਿਕਸ਼ਨ ਉਹ ਆ ਜਿੱਥੇ ਕੀ ਹੈ ਕੋਈ ਲੁਬਰੀਕੇਸ਼ਨ ਕੀ ਹੈ ਲੁਬਰੀਕੇਟਿੰਗ ਆਇਲ ਆ, ਕੋਈ ਗਰੀਸ ਹੈ, ਕੋਈ ਫਲੂਇਡ ਆਪਾਂ ਯੂਜ਼ ਨਹੀਂ ਕਰਦੇ, ਉਹ ਸਰਫੇਸ ਕੀ ਹੋ ਜਾਂਦਾ ਡਰਾਈ ਹੋ ਜਾਂਦਾ। ਠੀਕ ਹੈ, ਉਹ ਕਿਉਂ ਸਾਡੇ ਕੋਲ ਡਰਾਈ ਫ੍ਰਿਕਸ਼ਨ। ਠੀਕ ਹੈ, ਨੈਕਸਟ ਕੀ ਸਾਡੇ ਕੋਲ ਲੁਬਰੀਕੇਟਿਡ ਫ੍ਰਿਕਸ਼ਨ, ਇੱਥੇ ਕਿ ਆਪਾਂ ਲੁਬਰੀਕੇਸ਼ਨ ਦੋ ਸਰਫੇਸ ਦੇ ਵਿਚਕਾਰ ਕਰਦੇ ਹਾਂ ਉਹਨੂੰ ਕੀ ਕਹਿ ਦਿੰਦੇ ਆਪਾਂ ਲੁਬਰੀਕੇਟਿਡ ਸਰਫੇਸ। ਲੁਬਰੀਕੇਟਿਡ ਫ੍ਰਿਕਸ਼ਨ ਜਿਹੜੀ ਹੈ
can also be classified into two categories. Number one is greasy friction, number two is fluid friction. When there is very thin layer of lubricant between the two surfaces, that is greasy friction। मतलब कि thin layer ਆਪਾਂ ਅਪਲਾਈ ਕਰਦੀ lubricant ਦੀ ਤਾਂ ਦੋ ਸਰਫੇਸ ਦੇ ਵਿਚਕਾਰ ਕੀ ਆ ਫ੍ਰਿਕਸ਼ਨ ਘਟ ਜਾਏਗੀ, ਠੀਕ ਹੈ, ਉਹ ਕੀ ਹੋ ਜਾਏਗੀ ਗ੍ਰੀਜ਼ੀ ਫ੍ਰਿਕਸ਼ਨ। ਫਲੂਇਡ ਫ੍ਰਿਕਸ਼ਨ ਕੀ ਆ, ਥਿਕ ਲੇਅਰ ਆਪਾਂ ਅਪਲਾਈ ਕਰਾਂਗੇ ਲੁਬਰੀਕੈਂਟ ਦੀ ਬਿਟਵੀਨ ਟੂ ਮੂਵਿੰਗ ਸਰਫੇਸਿਸ, ਉਹਨੂੰ ਕੀ ਕਹਦੇ ਆਪਾਂ ਫਲੂਇਡ ਸਰਫੇਸਿਸ, ਠੀਕ ਹੈ, ਠੀਕ ਹੈ। that is the some other types of friction. Next is limiting friction, the maximum value of frictional force which comes into play when a body just begins to slide over the surface of the other body, outer body, ठीक है। कहना मतलब कि साडे कोल दो सरफेस नेगे इस तरह, साडे कोल दो सरफेस है, ठीक है। अदर सरफेस दिस अप्लाइंग फोर्स पी एक्ट कर रहे इतना, ठीक है जी। ਇਹਦੇ ਨਾਲ ਕੀ ਆ ਬੋਡੀ ਜਦੋਂ ਆਪਾਂ ਫੋਰਸ ਅਪਲਾਈ ਕਰਾਂਗੇ ਬੋਡੀ ਕੀ ਆ ਲਿਟਲ ਬਿਟ ਮੋਸ਼ਨ ਦੇ ਵਿੱਚ ਆ ਜਾਏਗੀ, ਉਹਦੇ ਨਾਲ ਕੀ ਹੈ ਇੱਥੇ ਕੀ ਆ ਅਪੋਜ਼ਿੰਗ ਫੋਰਸ ਐਕਟ ਕਰੇਗੀ ਇਹਨਾਂ ਦੋ ਸਰਫੇਸ ਦੇ ਵਿਚਕਾਰ, ਠੀਕ ਹੈ। ਜਦੋਂ ਇਹ ਜਸਟ ਬਿਗਿਨ ਕਰੇਗੀ, ਜਦੋਂ ਕਿ ਪੁਸ਼ਿੰਗ ਫੋਰਸ ਕੀ ਹੈ ਜ਼ਿਆਦਾ ਇਹਦੇ ਨਾਲ ਫ੍ਰਿਕਸ਼ਨ ਫੋਰਸ ਨਾਲ ਕੋਈ ਜ਼ਿਆਦਾ ਹੋ ਜਾਏਗੀ, ਠੀਕ ਹੈ। ਜਿਹੜਾ ਅਪਰ ਸਰਫੇਸ ਆ ਉਹ ਲਿਟਲ ਓਕੇ ਜਸਟ ਸਲਾਈਡ ਕਰਨਾ ਸ਼ੁਰੂ ਕਰ ਦੇਗਾ, ਜਦੋਂ ਸ਼ੁਰੂ ਹੋਏਗਾ ਜਸਟ ਬਿਗਿਨਸ ਟੂ ਸਲਾਈਡ ਓਵਰ ਦਾ ਅਨਦਰ ਸਰਫੇਸ, ਉਹ ਕੀ ਕਹਿੰਦੇ ਆਪਾਂ ਲਿਮਟਿੰਗ ਫ੍ਰਿਕਸ਼ਨ। मतलब ਉੱਥੇ ਕੀ ਫ੍ਰਿਕਸ਼ਨ ਕੀ ज़्यादा हो जाएगी, दैट इज़ द लिमिटिंग फ्रिक्शन। नेक्स्ट इज द कोफिशिएंट ऑफ फ्रिक्शन, इट इज़ डिफाइंड एज द रेशियो ऑफ द लिमिटिंग फोर्स ऑफ फ्रिक्शन F टू द नॉर्मल रिएक्शन Rn बिटवीन द टू बॉडीज़, इट इज़ रिप्रेजेंटेड बाय म्यू। मतलब कि रेशियो हैगी आ लिमिटिंग फोर्स ऑफ फ्रिक्शन दी ते नॉर्मल रिएक्शन दी, ठीक है जी। म्यू इज इक्वल टू लिमिटिंग फोर्स ऑफ फ्रिक्शन ओवर नॉर्मल रिएक्शन, म्यू इज इक्वल टू F ओवर Rn, ठीक है जी, एंड F इज इक्वल टू म्यू आर एन। म्यू की होगा तो F की होगा लिमिटिंग फोर्स ऑफ फ्रिक्शन, Rn इज़ द नॉर्मल रिएक्शन, F इज इक्वल टू इन्हों इधर लैके आप म्यू इधर ले आंदा, F इज इक्वल टू म्यू Rn, दिस इज़ द कोफिशिएंट ऑफ फ्रिक्शन। नेक्स्ट इज़ द एंगल ऑफ फ्रिक्शन, एंगल मेड बाय द रिजल्टेंट ऑफ द नॉर्मल रिएक्शन Rn एंड द लिमिटिंग फोर्स ऑफ फ्रिक्शन F with the normal reaction, it is denoted by alpha। फिगर ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਕੀ ਹੈ, ਇੱਕ ਸਰਫੇਸ ਹੈ, ਆਹ ਸਰਫੇਸ ਇੱਕ ਆਹ ਵਾਲਾ, ਸੌਰੀ ਆਹ ਸਰਫੇਸ ਸਾਡੇ ਕੋਲ ਇੱਕ, ਠੀਕ ਹੈ ਜੀ। ਇਹਦੇ ਉੱਪਰ ਕੀ ਹੈ ਇੱਕ ਬਲੌਕ ਹੈ, ਅਦਰ ਸਰਫੇਸ ਹੈ ਆਹ ਵਾਲਾ, ਠੀਕ ਹੈ ਜੀ। ਹੁਣ ਕੀ ਹੈ ਸਾਡੇ ਕੋਲ ਇਸ ਦਾ ਕੀ ਹੈ ਅਪਲਾਈੰਗ ਫੋਰਸ ਹੈ ਪੀ, ਫੋਰਸ ਅਪਲਾਈ ਕੀਤੀ ਇਸ ਬੋਡੀ 'ਤੇ ਪੀ, ਤਾਂ ਕੀ ਹੈ ਇਹਦਾ ਇਸ ਸਰਫੇਸ ਦਾ ਕੀ ਆ ਵੇਟ ਹੈ W, ਠੀਕ ਹੈ। ਅਕੋਰਡਿੰਗ ਟੂ ਨਿਊਟਨਸ ਲਾ ਜਿੰਨਾ ਬੋਡੀ ਦਾ ਵੇਟ ਹੋਏਗਾ ਉਨੀ ਅਪੋਜ਼ਿਟ ਕੀ ਉਹਦਾ ਨॉर्मल ਰਿਐਕਸ਼ਨ ਹੋਏਗੀ, ਅਪੋਜ਼ਿਟ ਫੋਰਸ ਐਕਟ ਕਰੇਗੀ, ਦੈਟ ਇਜ਼ Rn ਇਜ਼ ਦਾ ਨॉर्मल ਰਿਐਕਸ਼ਨ, ਠੀਕ ਹੈ। ਇੱਥੇ ਆ ਕੀ ਜਿਹੜਾ F ਹੈਗਾ ਇਹ ਕੀ ਆਪਾਂ लिमिटिंग फोर्स ऑफ फ्रिक्शन किन्नी कुछ फ्रिक्शन प्रोड्यूस हो रही हैगी, ठीक है, वो चीज़ की साढ़े को F, दिस इज़ R इज़ द रिजल्टेंट ऑफ दीज फोर्सेस, ठीक है। हुण के लेट R इज इक्वल टू रिजल्टेंट ऑफ द नॉर्मल रिएक्शन Rn एंड लिमिटिंग फोर्स ऑफ फ्रिक्शन F आई वाला, ठीक है। दैन एंगल ऑफ फ्रिक्शन इज इक्वल टू अल्फा, दिस वन ये ਇਹ ਕੀ ਹੋਗਾ ਸਾਡਾ ਐਂਗਲ ਆਫ ਫ੍ਰਿਕਸ਼ਨ, ਠੀਕ ਹੈ। ਇਹਨੂੰ ਕੋਈ ਕਹਿ ਦਿੰਦੇ ਆਪਾਂ ਐਂਗਲ ਆਫ ਫ੍ਰਿਕਸ਼ਨ ਡਿਨੋਟ ਕਰਦੇ ਆਪਾਂ ਫਾਈ ਨਾਲ, ਠੀਕ ਹੈ। ਐਂਗਲ ਆਫ ਫ੍ਰਿਕਸ਼ਨ ਕੀ ਹੋਗਾ ਐਂਗਲ ਬਿਟਵੀਨ Rn ਐਂਡ ਰਿਜ਼ਲਟੈਂਟ R, ਇਹਦੇ ਵਿਚਕਾਰ ਜਿਹੜਾ ਐਂਗਲ ਬਣ ਰਿਹਾ ਉਹ ਕੀ ਹੈ ਫਾਈ, ਉਹਨੂੰ ਕੀ ਕਹਿੰਦੇ ਆਪਾਂ ਐਂਗਲ ਆਫ ਫ੍ਰਿਕਸ਼ਨ, ਠੀਕ ਹੈ। ਵੀ ਹੈਵ tan phi ਇਜ਼ ਇਕੁਅਲ ਟੂ F ਓਵਰ Rn, F ਆਪਾਂ ਲਾਸਟ ਸਲਾਈਡ ਦੇ ਵਿੱਚ ਕੀਤਾ ਸੀ, F ਇਜ਼ ਦੀ ਵੈਲਿਊ ਕੀ ਸੀ ਮਿਊ Rn ਰਹਿ ਗਿਆ, Rn ਦਾ Rn ਕੈਂਸਲ ਹੋ ਗਿਆ, ਠੀਕ ਹੈ ਜੀ। ਸਾਡੇ ਕੋਲ ਕੀ ਰਹਿ ਗਿਆ ਮਿਊ ਇਜ਼ ਇਕੁਅਲ ਟੂ ਕੋਫੀਸ਼ੀਐਂਟ ਆਫ ਫ੍ਰਿਕਸ਼ਨ, ਦਸ ਦ ਟੈਂਜੈਂਟ ਆਫ ਦ ਐਂਗਲ ਆਫ ਫ੍ਰਿਕਸ਼ਨ ਇਜ਼ ਇਕੁਅਲ ਟੂ ਦ ਕੋਫੀਸ਼ੀਐਂਟ ਆਫ ਫ੍ਰਿਕਸ਼ਨ, ਦਿਸ ਇਜ਼ ਦ ਐਂਗਲ ਆਫ ਫ੍ਰਿਕਸ਼ਨ, ठीक है जी। द नेक्स्ट स्लाइड इज एंगल ऑफ रिपोज,
angle of inclination of the plane to the horizontal is such that the body begins to move down the plane। मतलब ਕੀ ਹੈ, ਸਾਡੇ ਕੋਲ ਇੱਕ ਹੋਰੀਜ਼ੋਨਟਲ ਪਲੇਨ ਹੈ। ਹੋਰੀਜ਼ੋਨਟਲ ਪਲੇਨ ਕੀ ਸਾਡੇ ਕੋਲ ਆਹ ਵਾਲਾ ਹੈਗਾ, ਠੀਕ ਹੈ। ਉਹਦੇ ਨਾਲ ਕਿ ਇੱਕ ਉਹ ਵੀ ਕਾ ਪਲੇਨ ਹੈ ਸਾਡੇ ਕੋਲ, ਠੀਕ ਹੈ। ਹੁਣ ਕੀ ਆਪਾਂ ਤਾਂ ਫੋਰਸ ਅਪਲਾਈ ਕਰਾਂਗੇ, ਆਹ ਫੋਰਸ ਹੋ ਰਹੀ ਅਪਲਾਈ ਇੱਥੇ, ਠੀਕ ਹੈ। ਆਹ ਸਰਫੇਸ 'ਤੇ ਦੇਖ ਰਿਹਾ। ਹੁਣ ਜਿੰਨਾ ਜਿੰਨਾ ਓ ਬੀ ਨੂੰ ਆਪਾਂ ਉੱਪਰ ਨੂੰ ਚੱਕਦੇ ਜਾਵਾਂਗੇ, ਮਤਲਬ ਕਹਿੰਦਾ ਕੀ ਹੈ, ਜਿਹੜਾ ਆਪਣੇ ਆਹ ਫਿਗਰ ਹੈ, ਠੀਕ ਹੈ। ਹੁਣ ਜੇ ਮੈਂ ਇਹਨੂੰ ਹੋਰ ਇਨਕਰੀਜ਼ ਕਰ ਦੂੰਗਾ, ਪਹਿਲਾਂ ਫਿਗਰ ਇੱਥੇ ਸੀਗੀ, ਆਹ ਸਰਫੇਸ ਆਹ ਬੀ ਹੈ, ਠੀਕ ਹੈ, ਇੱਥੇ ਸੀਗਾ, ਠੀਕ ਹੈ। ਇਹਦਾ ਕੀ ਐਂਗਲ ਮੈਂ ਹੋਰ ਇਨਕਰੀਜ਼ ਕਰ ਦੂੰਗਾ, ਇਹ ਬੋਡੀ ਸਲਾਈਡ ਕਰਨਾ ਸ਼ੁਰੂ ਕਰ, ਇੱਥੋਂ ਦੀ ਕਿ ਫੋਰਸ ਅਪਲਾਈ ਕੀਤਾ, ਜਿੰਨਾ ਸਲਾਈਡ ਕਰਦੇ ਜਾਵਾਂਗੇ ਥੱਲੇ ਨੂੰ ਮੂਵ ਕਰਦਾ ਹੈ, ਹੋਰ ਉੱਪਰ ਨੂੰ ਕਰ ਦਾਂਗੇ, ਹੋਰ ਥੱਲੇ ਨੂੰ ਆ ਜਾਏਗਾ, ਠੀਕ ਹੈ। ਬੋਡੀ ਥੱਲੇ ਨੂੰ ਮੂਵ ਕਰਨਾ ਸ਼ੁਰੂ ਕਰ ਦੇਗੀ, ਠੀਕ ਹੈ। ਉਹ ਕੀ ਆ, ਡਾਇਰੈਕਸ਼ਨ ਆਫ ਮੋਸ਼ਨ ਕੀ ਆ, ਫੋਰਸ ਦੇ ਉਹਦੇ ਕੀ ਆ, ਜਿਹੜੇ ਸਰਫੇਸ ਆ ਉਹਦੇ ਕੀ ਆ, ਮੋਸ਼ਨ ਇਨਕਰੀਜ਼ ਹੋ ਜਾਏਗਾ, ਠੀਕ ਹੈ। ਹੁਣ ਕੀ ਸਾਡੇ ਕੋਲ ਡਬਲਿਊ ਕੀ ਸਾਡੇ ਕੋਲ ਵੇਟ ਆਫ ਬਾਡੀ ਹੈ, ਠੀਕ ਹੈ। ਆਰ ਐਨ ਕੀ ਸਾਡੇ ਕੋਲ ਨਾਰਮਲ ਰਿਐਕਸ਼ਨ ਹੈ। ਅਲਫਾ ਕੀ ਸਾਡੇ ਕੋਲ ਇਨਕਲੀਨੇਸ਼ਨ ਆਫ ਦਾ ਪਲੇਨ ਵਿਦ ਹੋਰੀਜ਼ੋਨਟਲ, ਦਿਸ ਵਨ ਆਹ ਚੀਜ਼ ਇਨਕਲੀਨੇਸ਼ਨ ਆਫ ਦਾ ਪਲੇਨ ਵਿਦ ਹੋਰੀਜ਼ੋਨਟਲ, ਠੀਕ ਹੈ ਜੀ। ਐਫ ਇਜ਼ ਦਾ ਫ੍ਰਿਕਸ਼ਨਲ ਫੋਰਸ ਐਕਟਿੰਗ ਅਪਵਰਡ ਅਲੋਂਗ ਦਾ ਪਲੇਨ। ਐਫ ਕੀ ਸਾਡੇ ਕੋਲ ਫ੍ਰਿਕਸ਼ਨਲ ਫੋਰਸ ਆ, ਆਹ ਵਾਲੀ ਐਕਟ ਕਰ ਰਹੀ ਅਪਵਰਡ ਦਾ ਪਲੇਨ, ਠੀਕ ਹੈ ਜੀ। ਫਿਰ ਕਿ ਆਪਾਂ ਨੂੰ ਕੀ ਰਿਜ਼ੋਲਵ ਕਰਨੀਆਂ ਨੇਗੀਆਂ ਫੋਰਸਿਸ ਨੂੰ, ਰਿਜ਼ੋਲਵ ਕਰ ਲੈਣਾ। ਆਹ ਵਾਲੀ ਫੋਰਸਿਸ ਆਪਣੀਆਂ ਇੱਕ ਪੈਰਲਲ ਕਰ ਲੈਣੀਆਂ ਇਸ ਪਲੇਨ ਦੇ, ਆਹ ਵਾਲੀ ਜਿਹੜੀ ਆਪਾਂ ਡਬਲਿਊ ਸਾਈਨ ਅਲਫਾ ਕੀਤੀ ਆ, ਅਤੇ ਕੀ ਆ ਪਰਪੈਂਡੀਕੂਲਰ, ਦਿਸ ਵਨ ਡਬਲਿਊ ਕਾਸ ਅਲਫਾ, ਇਸ ਪਲੇਨ ਦੇ ਅਕੋਰਡਿੰਗਲੀ ਰਿਜ਼ੋਲਵ ਕਰ ਲੈਣੀ ਫੋਰਸਿਸ, ਠੀਕ ਹੈ ਜੀ। ਉਹਦੇ ਅਕੋਰਡਿੰਗ ਸਾਡੇ ਕੋਲ ਇਹ ਆ ਗਿਆ, ਰਿਜ਼ੋਲਵਿੰਗ ਦਾ ਫੋਰਸਿਸ ਪੈਰਲਲ ਟੂ ਦਾ ਪਲੇਨ, resolving the forces parallel to the plane, we get W sin alpha is equal to F, that is the first equation। resolving the forces normal to the plane, we get W cos alpha Rn। ਸਾਡੇ ਕੋਲ ਦੋ ਇਕੁਏਸ਼ਨਸ ਆ ਗਈਆਂ, ਠੀਕ ਹੈ। ਫਸਟ ਇਕੁਏਸ਼ਨ ਇਹ ਹੋ ਗਈ, ਸੈਕੰਡ ਇਕੁਏਸ਼ਨ, ਫਸਟ ਇਕੁਏਸ਼ਨ ਸਾਡੇ ਕੋਲ ਕੀ ਹੋ ਗਈ ਇਹ ਵਾਲੀ, ਸੈਕੰਡ ਇਕੁਏਸ਼ਨ ਸਾਡੇ ਕੋਲ ਹੋ ਗਈ ਇਹ ਵਾਲੀ, ਠੀਕ ਹੈ। ਇੱਕ ਪੈਰਲਲ ਹੈਗੀ ਸਰਫੇਸ ਉਹਦੇ ਪਲੇਨ ਦੇ, ਅਤੇ ਇੱਕ ਕੀ ਆ ਪਰਪੈਂਡੀਕੂਲਰ ਆਪਣਾ ਫੋਰਸਿਸ ਕੀ ਨੇ ਰਿਜ਼ੋਲਵ ਕੀਤੀਆਂ ਨੇ। ਤਾਂ ਫਸਟ ਅਤੇ ਸੈਕਿੰਡ ਨੂੰ ਕਿ ਆਪਾਂ ਇਕੁਏਸ਼ਨ ਨੂੰ ਡਿਵਾਈਡ ਕਰਤਾ, ਸਾਡੇ ਕੋਲ ਕੀ ਆ ਗਿਆ ਟੈਨ ਅਲਫਾ ਇਜ਼ ਇਕੁਅਲ ਟੂ ਐਫ ਓਵਰ ਆਰ ਐਨ, ਦਿਸ ਇਜ਼ ਦਾ ਥਰਡ ਇਕੁਏਸ਼ਨ, ਠੀਕ ਹੈ ਜੀ। ਉਸ ਤੋਂ ਬਾਅਦ ਕਿ ਸਾਨੂੰ ਪਤਾ ਹੀ ਆ, ਲਾਸਟ ਸਲਾਈਡ ਦੇ ਵਿੱਚ ਕੀਤਾ ਸੀਗਾ, ਟੈਨ ਫਾਈ ਇਜ਼ ਇਕੁਅਲ ਟੂ ਐਫ ਓਵਰ ਆਰ ਐਨ, ਦਿਸ ਇਜ਼ ਦਾ ਇਕੁਏਸ਼ਨ ਨੰਬਰ 4। ਹੈਂਸ ਫਰੋਮ ਇਕੁਏਸ਼ਨ ਥਰਡ ਐਂਡ ਫੋਰਥ ਵੀ ਹੈਵ, ਹੁਣ ਕਿ ਟੈਨ अल्फ़ा इज इक्वल टू टैन फाई, क्यों एफ ओवर आर यानी कि इक्वल ने कैंसिल हो गया, था टैन अल्फ़ा इज इक्वल टू टैन फाई, टैन कैंसिल, अल्फ़ा इज इक्वल टू फाई, मीन्स की है एंगल ऑफ रिपोज इज इक्वल टू एंगल ऑफ फ्रिक्शन। अल्फ़ा की साढ़े कोल एंगल ऑफ रिपोज एंड एंगल ऑफ फ्रिक्शन की साढ़े कोल फाई, ठीक है। एक ही हो गया एंगल ऑफ फ्रिक्शन के इक्वल्स हो गए साढ़े एंगल ऑफ रिपोज के, ठीक है। दिस इज द एंगल ऑफ रिपोज। थैंक यू।